मेरा नाम अमरजीत सिंह ढिल्लों, पिंड बरगाड़ी, जिला फरीदकोट है। मैं अपनी एजुकेशन पूरी करके ਤਾਂ ਜਿਹੜੀ ਇਸ ਖੇਤੀ ਵਾਲੇ ਪਾਸੇ ਆਇਆ। ਜਿਹੜੇ ਮੇਰੇ ਪੇਰੈਂਟਸ ਸੀਗੇ ਉਹ ਕਣਕ ਤੇ ਝੋਨੇ ਦੀ ਖੇਤੀ ਕਰਦੇ ਸੀਗੇ ਤੇ ਜਦੋਂ ਮੈਂ ਐਜੂਕੇਸ਼ਨ ਆਪਣੀ ਪੂਰੀ ਕਰਕੇ ਇਸ ਪਾਸੇ ਆਇਆ ਤਾਂ 1 ਸਾਲ ਮੈਂ ਕਣਕ ਤੇ ਝੋਨੇ ਦੀ ਖੇਤੀ ਕੀਤੀ। ਉਸ ਤੋਂ ਬਾਅਦ ਮੈਨੂੰ ਇਹ ਆਪਣੇ ਆਪ 'ਚ ਫੀਲ ਹੋਇਆ ਕਿ ਮੇਰੀ ਜਿਹੜੀ ਐਜੂਕੇਸ਼ਨ ਆ ਉਹ ਮੈਂ ਇਹਨੂੰ ਇਨਪੁੱਟ ਨਹੀਂ ਕਰ ਪਾ ਰਿਹਾ, ਕੋਈ ਡਾਈਵਰਸੀਫਾਈ ਨਹੀਂ ਕਰ ਪਾ ਰਿਹਾ। ਤਾਂ ਫਿਰ ਮੈਂ ਇਹਨੂੰ ਕਣਕ ਤੇ ਝੋਨੇ ਤੋਂ ਹਟ ਕੇ ਆਪਣੀ ਇੱਕ ਅਲੱਗ ਸੋਚ ਨਾਲ ਜਿਹੜਾ ਆਦੀ ਬਾਗ ਤੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ। ਤਾਂ ਹੌਲੀ ਮੈਂ ਇਹਨੂੰ ਅੱਗੇ ਵਧਾਉਂਦਾ ਗਿਆ। ਜਿਵੇਂ ਜਿਵੇਂ ਮੈਨੂੰ ਅੱਗੇ ਪ੍ਰੋਗਰੈਸ ਮੇਰੀ, ਮੈਂ ਬਾਗ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਔਰ ਸਬਜ਼ੀ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ। ਜਿਹੜਾ ਇਸ ਟਾਈਮ ਜਿੱਥੇ ਤੁਸੀਂ ਖੇਤ ਦੇ ਵਿੱਚ ਖੜ੍ਹੇ ਆ ਤਾਂ ਮੇਰੇ ਕੋਲ 12 ਏਕੜ ਦੀ ਲੈਂਡ ਹੈ ਮੇਰੇ ਕੋਲ। ਤਾਂ 12 ਦਾ 12 ਏਕੜ ਹੀ ਜਿਹੜਾ ਮੈਂ ਕਣਕ ਤੇ ਝੋਨੇ ਤੋਂ ਹਟ ਕੇ ਸਾਡਾ ਜਿਹੜਾ ਸਬਜ਼ੀ ਤੇ ਫਰੂਟ ਦੀ ਖੇਤੀ ਕਰ ਰਿਹਾ। ਇਹਦੇ ਵਿੱਚ ਵੀ ਅੱਗੇ ਮੈਂ ਅਲੱਗ-ਅਲੱਗ ਇਸ ਤਰ੍ਹਾਂ ਦਾ ਸਾਈਕਲ ਬਣਾਇਆ ਹੋਇਆ ਕਿ ਪੂਰਾ ਸਾਲ ਮੇਰੀ ਜਿਹੜੀ ਖੇਤੀ ਆ ਉਹ ਜਿਹੜੀ ਤੜਾਈ ਆ ਬਾਗ ਤੇ ਸਬਜ਼ੀ ਦੀ ਉਹ ਖਤਮ ਨਹੀਂ ਹੁੰਦੀ। ਮੈਂ ਇਸ ਤਰ੍ਹਾਂ ਦਾ ਇੱਕ ਸਾਈਕਲ ਬਣਾਇਆ ਵੀ ਹਰ ਮਹੀਨੇ ਮੇਰੇ ਕੋਲ ਇੱਕ ਨਵੀਂ ਫਸਲ ਆਉਂਦੀ ਆ, ਇੱਕ ਨਵੀਂ ਫਸਲ ਬੀਜਦਾ, ਇੱਕ ਨਵੀਂ ਫਸਲ ਮੈਂ ਕੱਢਦਾ। ਜੇ ਸਪੋਜ਼ ਆਪਾਂ ਜਨਵਰੀ ਤੋਂ ਹੀ ਸਾਈਕਲ ਨੂੰ ਸਟਾਰਟ ਕਰੀਏ ਤਾਂ ਜਨਵਰੀ ਦੇ ਵਿੱਚ ਮੇਰੇ ਕੋਲ ਜਿਵੇਂ ਫਰੂਟ ਦੇ ਵਿੱਚ ਕਿੰਨੂ, ਅਮਰੂਦ ਵਗੈਰਾ ਸ਼ੁਰੂ ਹੋ ਜਾਂਦੇ, ਨਾਲ ਗੋਭੀ ਵਗੈਰਾ ਹੁੰਦੀ ਹੈ। ਫਰਵਰੀ ਦੇ ਵਿੱਚ ਤਾਂ ਜਿਹੜੀਆਂ ਇੱਕ ਹੋਰ ਨਵੀਂ ਕਰੋਪ ਜਿਵੇਂ ਚੱਪਣ ਕੱਦੂ ਵਗੈਰਾ ਸ਼ੁਰੂ ਹੋ ਜਾਂਦਾ। ਮਾਰਚ ਦੇ ਵਿੱਚ ਇਸ ਤਰ੍ਹਾਂ ਕੋਈ ਦੂਜਾ ਘੀਆ ਕੱਦੂ, ਚੱਪਣ ਕੱਦੂ ਕੰਟੀਨਿਊ ਚੱਲਦਾ। ਜਿਹੜੀ ਆਪਣੀ ਸ਼ਿਮਲਾ ਮਿਰਚ ਆ ਉਹ ਸਟਾਰਟ ਹੋ ਜਾਂਦੀ। ਇਸ ਤਰ੍ਹਾਂ ਇੱਕ ਪੂਰੇ ਸਾਲ ਦਾ ਸਾਈਕਲ ਆ ਵੀ ਜਿਹੜਾ ਉਹ ਰਹੇਗਾ ਲਗਾਤਾਰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਜਾਂ ਇੱਕ ਦੁਕਾਨਦਾਰ ਦੀ ਤਰ੍ਹਾਂ ਵੀ ਅਸੀਂ ਰੋਜ਼ਾਨਾ ਜਿਹੜਾ ਮੰਡੀ ਦੇ ਵਿੱਚ ਜਾਂਦੇ ਹਾਂ ਔਰ ਰੋਜ਼ਾਨਾ ਜਿਹੜਾ ਉਹ ਮੰਡੀ 'ਚੋਂ ਪੈਸਾ ਲੈ ਕੇ ਇੱਕ ਰੈਗੂਲਰ ਇਨਕਮ ਦਾ ਸੋਰਸ ਬਣਾਇਆ ਹੋਇਆ। ਇਹਦੇ ਵਿੱਚ ਸਾਨੂੰ 2-3 ਬੈਨੀਫਿਟ ਵੀ ਆ ਜਿਹੜੇ ਰੈਗੂਲਰ। ਇੱਕ ਤਾਂ ਸਾਡਾ ਜਿਹੜਾ ਪੂਰਾ ਫਾਰਮ ਆ ਉਹ ਡਾਈਵਰਸੀਫਾਈ ਆ। ਸਪੋਜ਼ ਕੋਈ ਵੀ ਕਲਾਈਮੇਟ ਕਰਕੇ ਜਾਂ ਕੋਈ ਇੰਸੈਕਟ ਕਰਕੇ ਕੋਈ ਵੀ ਇੱਕ ਫਸਲ ਸਾਡੀ ਖਰਾਬ ਹੁੰਦੀ ਆ ਤਾਂ ਜਿਹੜੀ ਦੂਜੀ ਫਸਲ ਆ ਉਹ ਕਵਰ ਅਪ ਕਰ ਜਾਂਦੀ। ਇਸ ਤਰ੍ਹਾਂ ਕਈ ਵਾਰ ਮਾਰਕੀਟ ਆ ਜਿਹੜੀ ਬਹੁਤ ਜ਼ਿਆਦਾ ਕਰੈਸ਼ ਕਰ ਜਾਂਦੀ ਆ। ਉਹਦੇ ਵਿੱਚ ਵੀ ਜੇ ਸਪੋਜ਼ ਸਾਡੀ ਕਿਸੇ ਵੀ ਜਿਹੜਾ ਸਬਜ਼ੀ ਦਾ ਜਾਂ ਫਲ ਦਾ ਰੇਟ ਡਿੱਗ ਪੈਂਦਾ ਤਾਂ ਉਹ ਸਾਡੇ ਲਈ ਸਿਰਫ 20 ਜਾਂ 25 ਦਿਨ ਦਾ ਘਾਟਾ ਹੀ ਹੁੰਦਾ, ਕਿਉਂਕਿ 20-25 ਦਿਨਾਂ ਬਾਅਦ ਜਾਂ 1 ਮਹੀਨੇ ਬਾਅਦ ਸਾਡੀ ਇੱਕ ਨੈਕਸਟ ਜਿਹੜੀ ਕਰੋਪ ਆ ਉਹ ਰੈਡੀ ਹੁੰਦੀ ਆ, ਉਹ ਉਹਨੂੰ ਕਵਰ ਅਪ ਕਰ ਲੈਂਦੀ ਆ। ਤਾਂ ਇਸ ਤਰ੍ਹਾਂ ਜਿਹੜਾ ਇੱਕ ਸਾਡਾ ਸਾਈਕਲ ਆ ਔਰ ਚੱਲੀ ਜਾ ਰਿਹਾ। ਇਹਦੇ ਨਾਲ ਇੱਕ ਹੋਰ ਜਿਹੜਾ ਸਾਨੂੰ ਵੱਡਾ ਬੈਨੀਫਿਟ ਹੁੰਦਾ ਕਿ ਸਾਨੂੰ ਲੇਬਰ ਦੀ ਜਿਹੜੀ ਸਮੱਸਿਆ ਉਹ ਕਾਫੀ ਘੱਟ ਜਾਂਦੀ ਹੈ, ਕਿਉਂਕਿ ਅਸੀਂ ਇੱਕ ਪਰਮਾਨੈਂਟ ਲੇਬਰ ਅਸੀਂ ਸਾਲ ਵਾਸਤੇ ਹਾਇਰ ਕੀਤੀ ਹੈ। ਜੇ ਤੁਸੀਂ ਇੱਕ ਕਰੋਪ ਗਰੋ ਕਰਦੇ ਆ ਤਾਂ ਤੁਹਾਨੂੰ ਜਿਹੜੀ ਸੀਜ਼ਨਲ ਲੇਬਰ ਦੀ ਲੋੜ ਪੈਂਦੀ ਹੈ। ਸੀਜ਼ਨਲ ਲੇਬਰ ਕਈ ਵਾਰ ਤੁਹਾਨੂੰ ਅਵੇਲੇਬਲ ਨਹੀਂ ਹੁੰਦੀ। ਹੁਣ ਮੇਰੇ ਕੋਲ ਪਰਮਾਨੈਂਟ ਲੇਬਰ ਹੋਣ ਦੇ ਕਾਰਨ ਸਾਨੂੰ ਕਿਸੇ ਵੀ ਸੀਜ਼ਨ, ਬੇਸ਼ੱਕ ਉਹ ਕਾਟਨ ਦਾ ਸੀਜ਼ਨ ਹੋਵੇ ਜਾਂ ਕੋਈ ਕਣਕ ਦਾ ਸੀਜ਼ਨ ਹੋਵੇ, ਵਾਢੀ ਦਾ ਸੀਜ਼ਨ ਹੋਵੇ ਜਾਂ ਝੋਨੇ ਦੀ ਲਵਾਈ ਦਾ ਸੀਜ਼ਨ ਹੋਵੇ, ਕਦੇ ਵੀ ਸਾਨੂੰ ਫਿਰ ਉਹਦੇ ਨਾਲ ਜਿਹੜੀ ਲੇਬਰ ਦੀ ਪ੍ਰੋਬਲਮ ਨਹੀਂ ਆਉਂਦੀ। ਮੈਂ ਗੁਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ। ਅੱਜ ਕਿਸਾਨ ਵੀਰਾਂ ਨੂੰ ਬਾਗਬਾਨੀ ਮਹਿਕਮੇ ਸੰਬੰਧੀ ਵੱਖ-ਵੱਖ ਸਬਸਿਡੀ ਤੇ ਹੋਰ ਸਕੀਮਾਂ ਬਾਰੇ ਜਾਣਕਾਰੀ ਦੇਣੀ ਚਾਹੂੰਗਾ। ਜਿਵੇਂ ਕਿ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਬਾਗਬਾਨੀ ਕਿੱਤੇ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਤੇ ਬਹੁਤ ਇਸ ਕਿੱਤੇ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ। ਕਿਸਾਨ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਗਬਾਨੀ ਮਹਿਕਮੇ ਦੇ ਵਿੱਚ ਵੱਖ-ਵੱਖ ਫਲਾਂ, ਸਬਜ਼ੀਆਂ, ਫੁੱਲਾਂ ਆਦਿ ਦੀ ਖੇਤੀ ਦੀਆਂ ਸਬਸਿਡੀਜ਼ ਵਗੈਰਾ ਦਿੱਤੀਆਂ ਜਾਂਦੀਆਂ ਹਨ। ਤੁਹਾਨੂੰ ਪਤਾ ਹੀ ਹੈ ਕਿ ਅਮਰਜੀਤ ਸਿੰਘ ਵਰਗੇ ਕਿਸਾਨ ਜਿਹੜੇ ਕਿ ਕਣਕ ਝੋਨੇ ਦਾ ਫਸਲੀ ਚੱਕਰ ਛੱਡ ਕੇ ਵੱਖ-ਵੱਖ ਸਬਜ਼ੀਆਂ, ਫਲਾਂ ਦੀ ਖੇਤੀ ਕਰ ਰਹੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ। ਇਹ ਜਿਹੜੇ ਕਿ ਵੱਖ-ਵੱਖ ਕਿਸਾਨਾਂ ਦੇ ਮਾਰਗਦਰਸ਼ਕ ਵੀ ਬਣ ਰਹੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਬਾਗਾਂ ਦੀ ਖੇਤੀ ਅਤੇ ਸਬਜ਼ੀਆਂ ਦੀ ਖੇਤੀ ਦੂਸਰੀਆਂ ਫਸਲਾਂ ਕਣਕ ਝੋਨੇ ਦੇ ਮੁਕਾਬਲੇ ਬਹੁਤ ਵਧੀਆ ਮੁਨਾਫਾ ਦਿੰਦੀਆਂ ਹਨ ਅਤੇ ਆਪਾਂ ਨੂੰ ਸਾਰਾ ਸਾਲ ਹੀ ਇਸ ਤੋਂ ਆਮਦਨ ਹੁੰਦੀ ਰਹਿੰਦੀ ਹੈ। ਜਿਵੇਂ ਕਿ ਫਲਾਂ ਦੀ ਗੱਲ ਕਰੀਏ ਤਾਂ ਮਾਲਵੇ ਖਿੱਤੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਤੌਰ 'ਤੇ ਕਿੰਨੂ, ਮਾਲਟਾ, ਅਮਰੂਦ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਬਜ਼ੀਆਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਬਾਗਬਾਨੀ ਮਹਿਕਮੇ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਦੀਆਂ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ, ਉਹਨਾਂ ਵਿੱਚ ਮੁੱਖ ਤੌਰ 'ਤੇ ਕਿੰਨੂ ਦੇ ਵਿੱਚ, ਮਾਲਟਾ ਅਤੇ ਅਮਰੂਦ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਲਗਭਗ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ, ਜੋ ਕਿ ਕਿਸਾਨ ਨੂੰ 3 ਕਿਸ਼ਤਾਂ ਦੇ ਵਿੱਚ ਪ੍ਰਾਪਤ ਹੁੰਦੀ ਹੈ। ਇਸ ਤੋਂ ਅੱਗੇ ਗੱਲ ਕਰੀਏ ਜੇ ਸਬਜ਼ੀਆਂ ਦੇ ਵਿੱਚ ਵੀ ਵੱਖ-ਵੱਖ ਕਿਸਾਨਾਂ ਨੂੰ ਸਬਸਿਡੀ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਸ ਦੇ ਵਿੱਚ ਹਾਈਬ੍ਰਿਡ
ਸਬਜ਼ੀਆਂ ਪੈਦਾ ਕਰਨ ਤੇ ਕਿਸਾਨ ਨੂੰ 40% ਤੱਕ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਅੱਗੇ ਜੇ ਗੱਲ ਕਰੀਏ ਫੁੱਲਾਂ ਦੇ ਵਿੱਚ ਲੂਜ਼ ਫਲਾਵਰ, ਕੱਟ ਫਲਾਵਰ ਅਤੇ ਬਲਬ ਫਲਾਵਰ ਦੇ ਵਿੱਚ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਜੋ ਕਿ 40% ਤੱਕ ਹੈ। ਇਸ ਤੋਂ ਅੱਗੇ ਗੱਲ ਕਰੀਏ ਤਾਂ ਸ਼ਹਿਦ ਦੀਆਂ ਮੱਖੀਆਂ ਦੇ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ 50 ਡੱਬੇ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ 80,000 ਰੁਪਏ ਤੱਕ ਪ੍ਰਤੀ ਕਿਸਾਨ ਸਬਸਿਡੀ ਇੱਕ ਪ੍ਰਤੀ ਲਾਭਪਾਤਰੀ ਨੂੰ ਦਿੱਤੀ ਜਾਂਦੀ ਹੈ। ਉਸ ਤੋਂ ਅੱਗੇ ਗੱਲ ਕਰੀਏ ਤਾਂ ਜਿਵੇਂ ਖੁੰਭਾਂ ਦੀ ਖੇਤੀ ਹੈ, ਉਸ ਦੇ ਵਿੱਚ ਵੀ ਖੁੰਭਾਂ ਦਾ ਕੰਮ ਸ਼ੁਰੂ ਕਰਨ ਦੇ ਵਿੱਚ ਅਤੇ ਸਪਾਨ ਮੇਕਿੰਗ ਦੇ ਵਿੱਚ ਕਿਸਾਨਾਂ ਨੂੰ 40% ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਸਾਡਾ ਮਤਲਬ ਕਿ ਸਬਜ਼ੀਆਂ ਜਾਂ ਫਰੂਟ ਤਿਆਰ ਕਰਨ ਦਾ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ, ਕਿਉਂਕਿ ਆਮ ਤੌਰ 'ਤੇ ਅਸੀਂ ਮੀਡੀਆ ਦੇ ਵਿੱਚ ਵੀ ਦੇਖਦੇ ਹਾਂ ਔਰ ਕਿਹਾ ਵੀ ਜਾਂਦਾ ਕਿ ਜਿਹੜੀਆਂ ਖਾਦਾਂ ਅਤੇ ਸਪਰੇਆਂ ਜਿਹੜੇ ਵੈਜੀਟੇਬਲ ਗਰੋਅਰ ਹੈਗੇ ਆ ਸਬਜ਼ੀਆਂ ਵਾਲੇ, ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਆ। ਅਤੇ ਇਹਦੇ ਵਿੱਚ ਵੀ ਅਸੀਂ ਕਾਫੀ, ਕਿਉਂਕਿ ਜਿਹੜੀ ਇੱਥੇ ਮੈਂ ਸਾਰੀ ਸਬਜ਼ੀ ਜਾਂ ਕਹਿੰਦਾ ਫਲ ਤਿਆਰ ਕਰ ਰਿਹਾ, ਅਸੀਂ ਔਰਗੈਨਿਕ ਤਾਂ ਨਹੀਂ ਕਰ ਰਹੇ, ਪਰ IPM ਵਿਧੀ ਨਾਲ ਜਿਹੜਾ ਸਰਬਪੱਖੀ ਕੀਟ ਪ੍ਰਬੰਧਨ ਦੇ ਅੰਡਰ ਅਸੀਂ ਸਾਰੀਆਂ ਇਹ ਚੀਜ਼ਾਂ ਤਿਆਰ ਕਰ ਰਹੇ ਹਾਂ। ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ, ਜੇ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਵੱਧ ਤੋਂ ਵੱਧ ਰੂੜੀ ਲਿਆ ਕੇ ਖੇਤ ਦੇ ਵਿੱਚ ਪਾਈਏ, ਹਰੀ ਖਾਦ ਬੀਜੀਏ, ਜਿੰਨਾ ਕੁ ਜਿਹੜਾ ਬਾਇਓ ਫਰਟੀਲਾਈਜ਼ਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲਦੇ ਆ ਉਹ ਅਸੀਂ ਆਪਣੇ ਖੇਤ ਦੇ ਵਿੱਚ ਯੂਜ਼ ਕਰੀਏ। ਉਸ ਤੋਂ ਬਾਅਦ ਜੋ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਹੋਇਆ, ਜਿੰਨੀ ਕੁ DAP ਰਿਕਮੈਂਡ ਕੀਤੀ ਹੋਈ ਆ ਜਾਂ ਮਿਊਰੇਟ ਆਫ ਪੋਟਾਸ਼ ਉਹ ਪਾਈਏ। ਅਤੇ ਜਿਹੜੀ ਯੂਰੀਆ ਤਾਂ ਈਵਨ ਕਿ ਯੂਨੀਵਰਸਿਟੀ ਦੀ ਰਿਕਮੈਂਡਡ ਡੋਜ਼ ਤੋਂ ਵੀ ਮੈਂ 25% ਲੈਸ ਪਾ ਰਿਹਾ, ਕਿਉਂਕਿ ਮੇਰਾ ਜਿੰਨਾ ਵੀ ਇਹ ਸਾਰਾ ਫੀਲਡ ਆ ਇਹ ਸਾਰਾ ਡ੍ਰਿਪ ਇਰੀਗੇਸ਼ਨ ਦੇ ਨਾਲ ਅਸੀਂ ਤੇ ਚੱਲਦਾ। ਇਹਦੇ ਨਾਲ ਇਹ ਆ ਵੀ ਅਸੀਂ ਜਿਹੜੀ ਉਹਦੀ ਯੂਰੀਆ ਦੀ ਹੋਰ ਵੀ ਘੱਟ ਵਰਤੋਂ ਕਰ ਰਹੇ ਹਾਂ। ਜਿੱਥੋਂ ਤੱਕ ਇਨਸੈਕਟੀਸਾਈਡ ਦਾ ਸਵਾਲ ਆ, ਜ਼ਹਿਰਾਂ ਦਾ ਸਵਾਲ ਆ, ਉਹਦੇ ਵਿੱਚ ਵੀ ਸਾਡੀ ਸਭ ਤੋਂ ਪਹਿਲਾਂ ਪ੍ਰਾਇਓਰਟੀ ਇਹ ਹੁੰਦੀ ਆ ਵੀ ਉਹਦੇ ਵਿੱਚ ਜਿੰਨੇ ਵੀ ਸਾਨੂੰ ਟਰੈਪ ਜਿਹੜੇ ਅਵੇਲੇਬਲ ਆ ਇਨਸੈਕਟ ਵਾਸਤੇ, ਉਹ ਖੇਤ ਦੇ ਵਿੱਚ ਟਰੈਪ ਲਾਏ ਜਾਣ। ਫਿਰ ਉਸ ਤੋਂ ਬਾਅਦ ਜਿਹੜੀਆਂ ਨੀਮ ਬੇਸਡ ਆ ਉਹ ਸਪਰੇਆਂ ਕੀਤੀਆਂ ਜਾਣ। ਅਤੇ ਉਹ ਉਸ ਤੋਂ ਬਾਅਦ ਜੇ ਕੋਈ ਕੀੜਾ ਨਹੀਂ ਕੰਟਰੋਲ ਹੁੰਦਾ ਤਾਂ ਫਿਰ ਅਸੀਂ ਜਿਹੜਾ ਕੈਮੀਕਲ ਦਾ ਉਹ ਸਪਰੇਅ ਕਰੀਏ। ਔਰ ਜੇ ਉਹ ਵੀ ਸਪਰੇਅ ਸਾਨੂੰ ਕਰਨ ਦੀ ਲੋੜ ਪੈਂਦੀ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਇੱਕ ਗੈਪ ਜ਼ਰੂਰ ਅਸੀਂ ਮੇਨਟੇਨ ਰੱਖੀਏ, ਵੀ ਸਪਰੇਅ ਕਰਨ ਤੋਂ ਉਸ 'ਤੇ ਤੜਾਈ ਦਾ ਜਿਹੜਾ ਗੈਪ ਆ ਉਹ ਘੱਟੋ ਘੱਟ 1 ਤੋਂ 2 ਦਿਨ ਦਾ ਘੱਟੋ ਘੱਟ ਜ਼ਰੂਰ ਹੋਵੇ। ਜੇ ਵੱਧ ਹੋ ਸਕਦਾ ਤਾਂ ਉਹਨੂੰ ਵੱਧ, ਜਿਵੇਂ ਫਰੂਟ ਦੇ ਵਿੱਚ ਅਸੀਂ ਜ਼ਿਆਦਾ ਗੈਪ ਵੀ ਪਾ ਸਕਦੇ ਹਾਂ ਤਾਂ ਜ਼ਿਆਦਾ ਪਾਈਦਾ। ਜਿਨ੍ਹਾਂ ਦੀ ਡੇਲੀ ਤੜਾਈ ਹੁੰਦੀ ਆ ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ 2 ਦਿਨ ਦਾ ਘੱਟੋ ਘੱਟ ਗੈਪ ਪਾਇਆ ਜਾਵੇ। ਅਤੇ ਅੱਗੇ ਇਹ ਆ ਜਾਂਦੀ ਆ ਮਾਰਕੀਟਿੰਗ ਦੀ ਗੱਲ। ਪਹਿਲਾਂ ਇਹ ਸੀਗਾ ਵੀ ਅਸੀਂ ਮਾਰਕੀਟਿੰਗ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਹੀ ਕਰਦੇ ਸੀਗੇ, ਤਾਂ ਹੁਣ ਜਿਹੜਾ ਅਸੀਂ 6 ਮਹੀਨਿਆਂ ਤੋਂ ਆਪਣਾ ਇੱਥੇ ਹੀ ਫਾਰਮ ਦੇ ਬਾਹਰ ਆਊਟਲੈਟ ਖੋਲ੍ਹਿਆ ਹੋਇਆ, ਜਿਹਦੇ ਵਿੱਚ ਅਸੀਂ ਹੁਣ ਸਾਰੀ ਜਿੰਨੀ ਸਬਜ਼ੀ ਆ, ਫਰੂਟ ਤਾਂ ਜ਼ਰੂਰ ਸਾਨੂੰ ਮੰਡੀ ਭੇਜਣਾ ਪੈਂਦਾ, ਪਰ ਸਬਜ਼ੀ ਮੇਰੇ ਕੋਲ 4-4.5 ਏਕੜ ਦੀ ਹੁੰਦੀ ਆ, ਉਹ ਸਾਰੀ ਦੀ ਸਾਰੀ ਅਸੀਂ ਆਪਦੇ ਰਿਟੇਲ ਰਿਟੇਲ ਆ ਜਿਹੜੀ ਉਹ ਵੇਚ ਰਹੇ ਹਾਂ। ਅੱਗੇ ਇਹ ਹੁੰਦਾ ਸੀ ਵੀ ਅਸੀਂ 2 ਜਾਂ 3 ਵਰਾਇਟੀਆਂ ਗਰੋ ਕਰਦੇ ਸੀਗੇ ਅਤੇ ਉਹ ਇਕੱਠੀ ਮੰਡੀ ਭੇਜਦੇ ਸੀਗੇ। ਹੁਣ ਅਸੀਂ ਨੰਬਰ ਆਫ ਵਰਾਇਟੀ ਜਿਹੜੀਆਂ ਵਧਾਤੀਆਂ, ਹੁਣ ਅਸੀਂ ਘੱਟੋ ਘੱਟ 14-15 ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਗਰੋ ਕਰਦੇ ਹਾਂ। ਔਰ ਉਹਨਾਂ ਦੇ ਵਿੱਚ ਵੀ ਅਸੀਂ ਅੱਗੇ ਪਿੱਛੇ ਕਰਕੇ 10-10, 15-15 ਦਿਨ 'ਤੇ ਜਿਹੜੀ ਆ ਉਹ ਕੰਦਾ ਲਾ। ਜੇ ਹੁਣ ਤੁਸੀਂ ਮੰਨ ਲਓ ਖੇਤ ਦੇ ਵਿੱਚ ਦੇਖੋਗੇ, ਇੱਕ ਮੂਲੀ ਅਸੀਂ ਹਾਰਵੈਸਟ ਕਰ ਰਹੇ ਹਾਂ, ਦੂਜੀ ਮੂਲੀ ਹਜੇ ਅਸੀਂ ਸੋਇੰਗ ਕਰ ਰਹੇ ਹਾਂ। ਗਾਜਰ, ਇੱਕ ਮੂਲੀ ਅਸੀਂ ਗਾਜਰ ਪੱਟ ਰਹੇ ਹਾਂ, ਦੂਜੀ ਗਾਜਰ ਅਸੀਂ ਕੰਦਾ ਲਾ ਰਹੇ ਹਾਂ। ਇਸ ਤਰ੍ਹਾਂ ਕਰਕੇ 4 ਦਾ 4 ਏਕੜ ਦਾ ਸਾਡੀ ਕੋਸ਼ਿਸ਼ ਹੈ ਵੀ 4 ਦੇ 4 ਏਕੜ ਨੂੰ ਅਸੀਂ ਇੱਥੇ ਹੀ ਜਿਹੜੀ ਰਿਟੇਲ ਆਊਟਲੈਟ ਦੇ ਕੰਦਾ ਥਰੂ ਅਸੀਂ ਵੇਚ ਸਕੀਏ। ਇਹਨਾਂ ਜੋ ਇਹ ਡਾਈਵਰਸੀਫਿਕੇਸ਼ਨ ਹੋਈ ਆ, ਇਹਦੇ ਵਿੱਚ ਮਤਲਬ ਕਿ ਮੈਂ ਆਪਦੇ ਨਾਲ ਆਪਦੀ ਫੈਮਿਲੀ ਤੋਂ ਬਿਨਾਂ ਆਪਣੇ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਜਿਹੜੇ ਲੋਕਲ ਡਿਪਾਰਟਮੈਂਟ ਆ ਸਾਡੇ, ਜਿੰਨੇ ਵੀ ਅਲਾਈਡ ਆ, ਬੇਸ਼ੱਕ ਖੇਤੀਬਾੜੀ ਆ, ਆਤਮਾ ਜਾਂ ਦੂਸਰੇ ਮਹਿਕਮੇ ਆ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਮੰਨਦਾ ਵੀ ਉਹਨਾਂ ਨੇ ਸਾਨੂੰ ਸਮੇਂ ਸਿਰ 'ਤੇ ਗਾਈਡ ਕੀਤਾ। ਔਰ ਸਾਨੂੰ ਉਤਸ਼ਾਹ ਕਰਨ ਵਾਸਤੇ ਗੌਰਮੈਂਟ ਵੱਲੋਂ ਜਾਂ ਮਹਿਕਮੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਸਾਨੂੰ ਰਿਕੋਗਨੀਸ਼ਨ ਵੀ ਦਿੱਤੀ ਗਈ ਆ। ਮੈਨੂੰ 2006 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਚੀਫ ਮਿਨਿਸਟਰ ਅਵਾਰਡ ਮਿਲਿਆ। 2009 ਦੇ ਵਿੱਚ ਆਤਮਾ ਵੱਲੋਂ ਦਾ ਸਟੇਟ ਅਵਾਰਡ ਮਿਲਿਆ। 2014 ਦੇ ਵਿੱਚ ਜਿਹੜਾ ਪ੍ਰੋਗਰੈਸਿਵ ਪੰਜਾਬ ਸਮਿਟ ਚੱਪੜ ਛਿੜੀ ਮੁਹਾਲੀ ਹੋਇਆ ਸੀ, ਉੱਥੇ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ। ਲਾਸਟ ਈਅਰ ਮੈਨੂੰ 2 ਅਵਾਰਡ ਮਿਲਿਆ। ਇੱਕ ਇੰਡੀਅਨ ਇੰਸਟੀਚਿਊਟ ਆਫ ਵੈਜੀਟੇਬਲ ਰਿਸਰਚ ਵੱਲੋਂ ਨਾਰਥ ਜ਼ੋਨ ਦਾ ਅਵਾਰਡ ਮਿਲਿਆ। ਇੱਕ ਪੂਸਾ ਵੱਲੋਂ ਮੈਨੂੰ ਨੈਸ਼ਨਲ ਅਵਾਰਡ ਦਿੱਤਾ ਗਿਆ।
ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਰਿਟੇਲ ਆਊਟਲੈਟ ਤਾਂ ਸ਼ੁਰੂ ਕਰ ਲਿਆ, ਵੀ ਇਹਨੂੰ ਥੋੜ੍ਹਾ ਅਸੀਂ ਪ੍ਰੋਸੈਸਿੰਗ ਵੱਲ ਵੀ ਲੈ ਕੇ ਚੱਲੀਏ, ਤਾਂ ਕਿ ਅਸੀਂ ਜਿਹੜਾ ਇੱਕ ਤਾਂ ਜਿਹੜੀ ਇਹਦੀ ਖਰਾਬ ਹੋਣ ਵਾਲੀ ਹੈਗੀ ਆ ਕੰਡੀਸ਼ਨ ਉਹ ਅਸੀਂ ਸੇਵ ਕਰ ਸਕੀਏ, ਔਰ ਜਿਹੜਾ ਆਪਦਾ ਪ੍ਰੋਫਿਟ ਆ ਉਹ ਵੀ ਅਸੀਂ ਵਧਾ ਸਕੀਏ, ਅਤੇ ਜਿਹੜਾ ਮਾਰਕੀਟਿੰਗ ਦਾ ਟਾਈਮ ਆ ਉਹ ਵੀ ਅਸੀਂ ਵਧਾ ਸਕੀਏ। ਜੇ ਅਸੀਂ ਫਰੈਸ਼ ਵੇਚਦੇ ਹਾਂ ਤਾਂ ਸਾਨੂੰ, ਜੇ ਅੱਜ ਤੜਾਈ ਹੋਈ ਆ ਤਾਂ ਸਾਨੂੰ 1-2 ਦਿਨਾਂ ਦੇ ਵਿੱਚ ਜਿਹੜਾ ਵੇਚਣਾ ਪਊਗਾ। ਜੇ ਉਹਨੂੰ ਅਸੀਂ ਥੋੜ੍ਹਾ ਜਿਹਾ ਪ੍ਰੋਸੈਸ ਕਰ ਸਕਦੇ ਹਾਂ ਤਾਂ ਅਸੀਂ ਹੌਲੀ ਹੌਲੀ ਮਤਲਬ ਕਿ 6 ਮਹੀਨੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨੂੰ ਵੇਚ ਸਕਦੇ ਹਾਂ। ਹੁਣ ਜਿਹੜਾ ਅਸੀਂ ਲੇਟੈਸਟ ਪ੍ਰੋਡਕਟ ਬਣਾਇਆ ਉਹ ਅਸੀਂ ਅਮਰੂਦ ਤੋਂ ਇੱਕ ਬਰਫੀ ਤਿਆਰ ਕੀਤੀ ਆ, ਉਹਨੂੰ ਅਸੀਂ ਆਪਦੇ ਅਮਰੂਦ ਤੋਂ ਤਿਆਰ ਕਰਕੇ ਉਹਨੂੰ ਰਿਟੇਲ ਦੇ ਵਿੱਚ ਸੇਲ ਕਰ ਰਹੇ ਹਾਂ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਖੇਤੀ ਸ਼ੁਰੂ ਕਰਦੇ ਹਾਂ ਜੀ, ਜੇ ਅਸੀਂ ਆਮ ਫਾਰਮਰ ਨਾਲ ਕੰਪੈਰੀਜ਼ਨ ਕਰੀਏ ਤਾਂ ਜਦੋਂ ਇੱਕ ਬੰਦਾ ਸ਼ੁਰੂਆਤ ਕਰਦਾ, ਕਿਸੇ ਨੂੰ ਜਾਣ ਪਛਾਣ ਨਹੀਂ ਹੁੰਦੀ, ਸਭ ਤੋਂ ਪਹਿਲਾਂ ਤਾਂ ਸਾਨੂੰ ਸੀਡ ਦੇਖਣਾ ਪੈਂਦਾ ਵੀ ਸਾਨੂੰ ਸੀਡ ਬਾਰੇ ਬਹੁਤੀ ਨੌਲੇਜ ਨਹੀਂ ਹੁੰਦੀ। ਉਹ ਇਹ ਆ ਵੀ ਫਿਰ ਅਸੀਂ ਜਦੋਂ ਆਪ ਲਾਉਂਦੇ ਹਾਂ, ਲਾ ਕੇ ਆਪ ਟੈਸਟਿੰਗ ਕਰਨੀ ਪੈਂਦੀ ਆ, ਫਿਰ ਜਾ ਕੇ ਸਾਨੂੰ ਉਹਦਾ ਰਿਜ਼ਲਟ ਦੇਖ ਕੇ ਫਿਰ ਤੁਸੀਂ ਸਿਲੈਕਟ ਕਰਦੇ ਆ। ਇਸੇ ਤਰ੍ਹਾਂ ਜਿਹੜੇ ਪਲਾਂਟਸ ਆ, ਜਿਹੜੇ ਬਾਗ ਵਾਸਤੇ ਸਾਨੂੰ ਪਲਾਂਟਸ ਆ, ਕਿਉਂਕਿ ਜਿਹੜਾ ਸਾਨੂੰ ਪਲਾਂਟ ਹੈਗਾ ਉਹ 4 ਸਾਲਾਂ ਬਾਅਦ ਸਾਨੂੰ ਪਤਾ ਲੱਗਣਾ, ਉਹ ਵੀ ਇੱਕ ਵਧੀਆ ਨਰਸਰੀ ਤੋਂ ਕਹਿੰਦਾ ਪਲਾਂਟ ਲੈਣਾ ਵੀ ਫਾਰਮਰ ਵਾਸਤੇ ਬਹੁਤ ਵੱਡੀ ਦਿੱਕਤ ਆ, ਕਿਉਂਕਿ PAU ਵੀ ਸਾਰੇ ਫਾਰਮਰ ਨੂੰ ਪ੍ਰੋਵਾਈਡ ਨਹੀਂ ਕਰ ਸਕਦੀ। ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਆ ਵੀ ਹਰੇਕ ਬੂਟਾ ਜਿਹੜਾ PAU ਤੋਂ ਲਿਆ ਜਾਵੇ। PAU ਤੋਂ ਵੀ ਅਸੀਂ 4 ਜਾਂ 5 ਮਹੀਨੇ ਪਹਿਲਾਂ ਐਡਵਾਂਸ ਐਪਲੀਕੇਸ਼ਨ ਦੇ ਕੇ ਬੁੱਕ ਕਰਵਾਉਂਦੇ ਆ। ਮੇਰੇ ਦੂਸਰੇ ਫਾਰਮਰ ਨੂੰ ਵੀ ਇਹੀ ਆ ਵੀ ਕੋਸ਼ਿਸ਼ ਇਹ ਕੀਤੀ ਜਾਵੇ, ਜੇ ਤੁਹਾਨੂੰ PAU ਜਾਂ ਉਹਦੇ ਜਿਹੜੇ ਰੀਜਨਲ ਸੈਂਟਰ ਆ ਜਾਂ ਹੋਰ ਕੋਈ ਵੀ ਰਿਲਾਇਬਲ ਕਹਿੰਦਾ ਹੈਗੀ ਹੈ ਨਰਸਰੀ, ਉਸੇ ਤੋਂ ਹੀ ਪਲਾਂਟ ਲੈ ਜਾਣ। ਉਹ ਫਾਰਮਰ ਦਾ ਬਹੁਤ ਵੱਡਾ ਨੁਕਸਾਨ ਕਰਦੇ ਆ ਜੇ ਤੁਹਾਡੀ ਵੈਰਾਈਟੀ ਗਲਤ ਨਿਕਲ ਗਈ ਜਾਂ ਪਲਾਂਟਸ ਜਿਹੜੇ ਉਹ ਗਲਤ ਨਿਕਲ ਗਏ। ਜਿਹੜੀ ਵੈਰਾਈਟੀ ਵਾਲੀ ਗਲਤ ਆ ਨਾ ਜੀ, ਉਹ ਫਾਰਮਰ ਦਾ ਤਾਂ ਬਾਗ ਪੁੱਟ ਕੇ ਹੀ ਖੜਾ ਛੁੱਟਦਾ, ਉਹਨੂੰ ਤੁਸੀਂ ਫੰਗੀਸਾਈਡ ਜਾਂ ਇਨਸੈਕਟੀਸਾਈਡ ਨਾਲ ਨਹੀਂ ਕੰਟਰੋਲ ਕਰ ਸਕਦੇ। ਕਿਉਂਕਿ ਮੈਂ ਜਦੋਂ 2002 ਦੇ ਵਿੱਚ 1-2 ਦੇ ਵਿੱਚ ਸ਼ੁਰੂ ਕੀਤਾ ਸੀ, ਤਾਂ ਮੈਂ ਜਿਹੜਾ ਅਮਰੂਦ ਦਾ ਬੂਟਾ ਲਏ ਸੀ ਉਹ ਪ੍ਰਾਈਵੇਟ ਨਰਸਰੀ ਤੋਂ ਲੈ ਲਏ, ਕਿਉਂਕਿ ਮੈਂ ਬਹੁਤਾ ਜਾਣਦਾ ਨਹੀਂ ਸੀਗਾ। ਤਾਂ ਉਹਦੇ ਵਿੱਚ ਇੰਨੀਆਂ ਜ਼ਿਆਦਾ ਕਿਸਮਾਂ ਸੀਗੀਆਂ ਪ੍ਰਾਈਵੇਟ ਨਰਸਰੀ ਕਰਕੇ, ਕਿਸੇ ਦੀ ਸ਼ੇਪ ਕਿਹੋ ਜਿਹੀ ਸੀ, ਕਿਸੇ ਦੀ ਸ਼ੇਪ ਕਿਹੋ ਜਿਹੀ ਸੀ। ਅਲਟੀਮੇਟਲੀ ਮੈਂ 2012-13 ਦੇ ਵਿੱਚ ਉਸ ਬਾਗ ਨੂੰ ਪੱਟ ਕੇ ਹੀ ਖੜਾ ਛਡਾਇਆ, ਕਿਉਂਕਿ ਜੇ ਤੁਹਾਡਾ ਯੂਨੀਫਾਰਮਿਟੀ ਨਹੀਂ ਫਰੂਟ ਦੇ ਵਿੱਚ, ਤਾਂ ਤੁਹਾਡਾ ਜਿਹੜਾ ਮਾਰਕੀਟ 'ਚ ਜਾ ਕੇ ਤੁਹਾਨੂੰ ਸਹੀ ਪ੍ਰਾਈਸ ਨਹੀਂ ਮਿਲਦਾ। ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਬੇਸ਼ੱਕ ਤੁਸੀਂ, ਮੈਂ ਤਾਂ ਇਹ ਕਹਿਣਾ ਹੁੰਦਾ ਵੀ 1 ਸਾਲ ਲੇਟ ਕਰ ਲਓ ਬਾਗ ਲਾਉਣਾ, ਪਰ ਬੂਟੇ ਇੱਕ ਵਧੀਆ ਨਰਸਰੀ ਤੋਂ, ਜੇ ਹੋ ਸਕੇ ਤਾਂ ਯੂਨੀਵਰਸਿਟੀ ਤੋਂ, ਨਹੀਂ ਇੱਕ ਰਿਲਾਇਬਲ ਨਰਸਰੀ ਤੋਂ, ਜੇ ਪ੍ਰਾਈਵੇਟ ਤੋਂ ਵੀ ਲੈਣਾ ਤਾਂ ਤੁਹਾਡੇ ਕਿਸੇ ਆਂਢ ਗੁਆਂਢ 'ਚੋਂ ਉਸ ਨਰਸਰੀ ਤੋਂ ਕਿਸੇ ਨੇ ਲੈ ਕੇ ਬਾਗ ਲਾਇਆ ਹੋਵੇ, ਤੁਹਾਨੂੰ ਪਤਾ ਹੋਵੇ ਉਹ ਨਰਸਰੀ ਦੇ ਜਿਹੜਾ ਬੂਟੇ ਆ ਉਹ ਸਹੀ ਹੈ। ਇਹ ਜਿਹੜਾ ਬਾਗ ਦਾ ਕਿੱਤਾ ਹੈਗਾ, ਬਾਗ ਤੇ ਬਾਗਬਾਨੀ ਦਾ ਕਿੱਤਾ ਬਹੁਤ ਵਧੀਆ। ਜੇ ਕਿਸੇ ਫਾਰਮਰ ਨੇ ਕਿਸਾਨ ਵੀਰ ਨੇ ਅਡੋਪਟ ਕਰਨਾ ਚਾਹੁੰਦਾ, ਤਾਂ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਉਹਨੂੰ ਇਹੀ ਆ ਕਿ ਆਪਦੀ ਮਿੱਟੀ ਪਾਣੀ ਜ਼ਰੂਰ ਟੈਸਟ ਕਰਵਾ ਲਵੇ। ਜੇ ਉਹਦੇ ਰਿਪੋਰਟ ਵਿੱਚ ਇਹ ਆਉਂਦਾ ਵੀ ਜਿਹੜਾ ਬਾਗਾਂ ਲਈ ਫਿੱਟ ਹੈ, ਕਿਉਂਕਿ ਕਈ ਜਗ੍ਹਾ 'ਤੇ ਇਹ ਆ ਵੀ ਜਿਹੜੀਆਂ ਸਿਟਰਸ ਵਾਲੇ ਫਰੂਟ ਆ, ਖੱਟੀ ਜਾਤੀ ਵਾਲੇ ਫਰੂਟ ਆ, ਉਹ ਜ਼ਮੀਨ ਨੂੰ ਸੂਟ ਨਹੀਂ ਕਰਦੇ, ਤਾਂ ਉੱਥੇ ਅਸੀਂ ਅਮਰੂਦ ਜਾਂ ਜਿਹੜਾ ਬੇਰ ਆ ਜਾਂ ਆਮਲਾ ਵਗੈਰਾ ਲਾ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਦਾ ਮਿੱਟੀ ਤੇ ਪਾਣੀ ਟੈਸਟ ਕਰਵਾ ਲੈਣ। ਉਸ ਤੋਂ ਬਾਅਦ ਦੂਜੀ ਗੱਲ ਇਹ ਆ ਵੀ ਜਿਹੜੇ ਬੂਟੇ ਇੱਕ ਰਿਲਾਇਬਲ ਨਰਸਰੀ ਤੋਂ, ਮੈਂ ਫਿਰ ਕਹੂੰਗਾ ਕਿ ਜਿਹੜਾ ਬੂਟੇ ਆ ਤੁਹਾਡਾ ਵਧੀਆ ਹੋਣਾ, ਚੋਣ ਹੋਣੀ ਉਹ ਬਹੁਤ ਜ਼ਰੂਰੀ ਆ, ਕਿਉਂਕਿ ਇਹਦਾ ਰਿਜ਼ਲਟ ਤੁਹਾਨੂੰ 4 ਸਾਲ ਬਾਅਦ ਮਿਲਣਾ। ਜੇ ਬਾਏ ਚਾਂਸ ਬੂਟਾ ਹੁੰਦਾ ਤਾਂ ਉਹ ਤੁਹਾਡਾ ਬਹੁਤ ਵੱਡਾ ਲੋਸ ਆ। ਬੂਟੇ 'ਤੇ ਸਾਨੂੰ ਬਹੁਤ ਜ਼ਿਆਦਾ ਸਟ੍ਰੈਸ ਦੇਣੀ ਚਾਹੀਦੀ, ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ ਵੀ ਅਸੀਂ ਜੇ ਹੁਣ ਸੋਚਿਆ ਤਾਂ ਕਹੀਏ ਵੀ ਹੁਣੀ ਅਸੀਂ ਬਾਗ ਲਾਉਣਾ, ਬੇਸ਼ੱਕ ਲੇਟ ਹੋ ਜਾਈਏ, ਪਰ ਬੂਟੇ ਦੀ ਅਸੀਂ ਰਿਲਾਇਬਿਲਿਟੀ ਜ਼ਰੂਰ ਚੈੱਕ ਕਰ ਲਈਏ। ਮੈਂ ਕਿਸਾਨ ਭਰਾਵਾਂ ਨੂੰ ਇੱਕ ਮਾਰਕੀਟਿੰਗ ਬਾਰੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਤੁਹਾਡੇ ਮਾਰਕੀਟਿੰਗ ਦੀ ਜਿਹੜੀ ਗੱਲ ਆ ਉਹ ਜਦੋਂ ਵੀ ਤੁਸੀਂ ਕੋਈ ਵੀ ਫਲ ਜਾਂ ਸਬਜ਼ੀ ਲਾਉਣੇ ਆ ਤਾਂ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਵੀ ਅਸੀਂ ਇਸ ਦੀ ਮਾਰਕੀਟ ਕਰਨੀ ਕਿਵੇਂ ਆ ਜੀ। ਇਹਦੇ 2-3 ਪਹਿਲੂ ਆ ਵੀ ਤੁਸੀਂ ਕਿੰਨਾ ਏਰੀਆ ਲਾ ਰਹੇ ਆ ਜੀ। ਜੇ ਤੁਸੀਂ ਥੋੜ੍ਹਾ ਏਰੀਆ ਤਾਂ ਤੁਸੀਂ ਆਪਦੇ ਲੋਕਲ ਵੀ ਸੇਲ ਕਰ ਸਕਦੇ ਆ। ਜੇ ਥੋੜ੍ਹਾ ਜਿਹਾ ਤੁਹਾਡੇ ਕੋਲੇ ਜਿਹੜਾ ਜ਼ਿਆਦਾ ਏਰੀਆ ਤਾਂ ਤੁਸੀਂ ਲੋਕਲ ਮਾਰਕੀਟ ਦੇ ਵਿੱਚ ਜਿਹੜੀਆਂ ਕੋਈ 10-15 ਕਿਲੋਮੀਟਰ ਦੇ ਤੁਹਾਡੀਆਂ ਮੰਡੀਆਂ ਉਹਦੇ ਵਿੱਚ ਸੇਲ ਕਰ ਸਕਦੇ ਆ। ਉਹਦੇ ਵਿੱਚ ਮੈਂ ਇੱਕ ਜ਼ਰੂਰ ਗੱਲ ਕਹੂੰਗਾ ਵੀ ਕਦੇ ਵੀ ਜੇ ਤੁਸੀਂ ਮੰਡੀ ਜਾਣਾ ਤਾਂ ਮੰਡੀ ਦੀ ਡਿਮਾਂਡ ਦੇ ਹਿਸਾਬ ਨਾਲ ਤੁਹਾਡੀ ਗ੍ਰੇਡਿੰਗ ਜ਼ਰੂਰ ਹੋਣੀ ਚਾਹੀਦੀ ਹੈ। ਗ੍ਰੇਡਿੰਗ ਤੋਂ ਬਿਨਾਂ ਤੁਹਾਨੂੰ ਮੰਡੀ ਦੇ ਵਿੱਚ ਰੇਟ ਨਹੀਂ ਮਿਲਣਾ। ਜੇ ਤੁਹਾਡਾ ਏਰੀਆ ਬਹੁਤ ਜ਼ਿਆਦਾ ਆ ਤਾਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਵੀ ਬਹੁਤ ਵਧੀਆ ਰੇਟ ਲੈ ਸਕਦੇ ਆ। ਸਪੋਜ਼ ਜਿਵੇਂ ਮੰਨ ਲਓ ਕਿੰਨੂ ਤਾਂ ਮੇਰੇ ਕੋਲ ਇੱਥੇ 5 ਏਕੜ ਆ ਏਰੀਆ, ਕੁਛ ਇੱਥੇ ਰਿਟੇਲ 'ਚ ਵੀ ਵੇਚ ਦੇਣਾ, ਕੁਛ ਸਾਡਾ ਲੋਕਲ ਮੰਡੀ 'ਚ ਖਪਤ ਹੋ ਜਾਂਦਾ। ਪਰ ਜੇ ਤੁਹਾਡੇ ਕੋਲ ਇਹੀ ਏਰੀਆ ਜ਼ਿਆਦਾ ਵੱਡਾ
ਤਾਂ ਤੁਸੀਂ ਜਿਹੜਾ ਬੰਗਲੌਰ ਆ, ਕੈਲਕਟਾ, ਉਸ ਮੰਡੀਆਂ 'ਚ ਵੀ ਆਪਦਾ ਭੇਜ ਸਕਦੇ ਹੋ। ਹੁਣ ਪੰਜਾਬ ਗੌਰਮੈਂਟ ਵੀ ਇਹਦੇ ਵਿੱਚ ਹੈਲਪ ਕਰ ਰਹੀ ਹੈ। ਜਿਹੜੀ ਪੰਜਾਬ ਐਗਰੋ ਦੇ ਥਰੂ ਆ ਅਬੋਹਰ ਤੋਂ ਜਿਹੜਾ ਕਿੰਨੂਆ ਜਾ ਰਿਹਾ, ਉਹ ਫਾਰਮਰ ਤੋਂ ਲੈ ਕੇ ਤੁਸੀਂ ਉੱਥੇ ਵੀ ਆਪਦੀ ਗ੍ਰੇਡਿੰਗ ਕਰਵਾ ਕੇ, ਉਹਨਾਂ ਤੋਂ ਗ੍ਰੇਡਿੰਗ ਕਰਵਾ ਕੇ ਆਪ ਡਾਇਰੈਕਟਰ ਵੀ ਭੇਜ ਸਕਦੇ ਆ, ਉਹਨਾਂ ਦੇ ਥਰੂ ਵੀ ਭੇਜ ਸਕਦੇ ਆ। ਤਾਂ ਇਹ ਤੁਹਾਨੂੰ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਹੈ, ਅਸੀਂ ਕਿੰਨਾ ਏਰੀਆ ਲਾ ਰਹੇ ਹਾਂ ਅਤੇ ਉਹਨੂੰ ਕਿੱਥੇ ਖਪਤ ਕਿੱਥੇ ਕਰਨਾ। ਜੇ ਤੁਸੀਂ ਇਹ ਗੱਲ ਨਹੀਂ ਸੋਚੋਗੇ ਤਾਂ ਤੁਹਾਨੂੰ ਜਿਹੜਾ ਵਪਾਰੀ ਵਰਗ ਆ ਉਹ ਤੁਹਾਨੂੰ ਤੁਹਾਡਾ ਪ੍ਰੋਫਿਟ ਆ ਜਿਹੜਾ ਉਹ ਲੈ ਜਾਏਗਾ। ਜੇ ਆਪਾਂ ਇੱਥੇ ਜਿਹੜੀ ਰਿਟੇਲ ਆਊਟਲੈਟ ਦੀ ਜਾਂ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਹ ਸ਼ੁਰੂ ਕਰਨ ਦਾ, ਕਿਉਂਕਿ ਜਿਹੜੀ ਮੈਂ ਖੇਤੀ ਆ ਇਹ 2001-2 ਤੋਂ ਸ਼ੁਰੂ ਕੀਤੀ ਸੀ, ਪਰ ਜਿਹੜਾ ਇਹ ਰਿਟੇਲ ਆਊਟਲੈਟ ਦਾ ਅਤੇ ਪ੍ਰੋਸੈਸਿੰਗ ਦਾ ਕੰਮ ਆ ਇਹ ਮੈਂ 2019 ਦੇ ਵਿੱਚ ਸਟਾਰਟ ਕੀਤਾ। ਇਹਦੇ ਪਿੱਛੇ ਰੀਜ਼ਨ ਸਾਡੇ ਇਹ ਹੈ ਕਿ ਪਿਛਲੇ 2-3 ਸਾਲ ਤੋਂ ਜਿਹੜਾ ਲਗਾਤਾਰ ਆ ਉਹ ਸਬਜ਼ੀ ਅਤੇ ਇਹਦਾ ਫਰੂਟ ਦਾ ਪ੍ਰਾਈਸ ਆ ਜਿਹੜਾ ਉਹ ਸਹੀ ਨਹੀਂ ਮਿਲ ਰਿਹਾ ਸੀਗਾ, ਔਰ ਸਾਡੀ ਜਿਹੜੀ ਇਨਪੁਟ ਕਾਸਟ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ, ਕਿਉਂਕਿ ਪਹਿਲਾਂ ਸਾਡਾ ਪੈਸਟੀਸਾਈਡ, ਫਰਟੀਲਾਈਜ਼ਰ, ਜਿੰਨੀ ਵੀ ਇਨਪੁਟ ਸੀ ਉਹ ਸਾਡੀ ਟੈਕਸ ਫਰੀ ਸੀ। ਹੁਣ ਹਰੇਕ ਚੀਜ਼ 'ਤੇ ਸਾਡੀ ਇਨਪੁਟ ਕਾਸਟ ਆ ਜਿਹੜੀ ਉਹ ਵੱਧ ਗਈ ਆ। ਉਹ ਵਧਣ ਨਾਲ ਇੱਕ ਤਾਂ ਸਾਡਾ ਡਾਇਰੈਕਟਲੀ ਸਾਡਾ ਨੁਕਸਾਨ ਹੋਇਆ ਵੀ ਇਨਪੁਟ ਕਾਸਟ ਵੱਧ ਗਈ, ਇਨਡਾਇਰੈਕਟਲੀ ਇਹ ਹੋਇਆ ਵੀ ਜਿਹੜੀ ਵੀ ਚੀਜ਼ ਅਸੀਂ ਬਾਜ਼ਾਰ ਦੇ ਵਿੱਚੋਂ ਲੈਣੀ ਆ ਉਹ ਜਿਹੜੀ ਕਾਸਟਲੀ ਹੋ ਗਈ। ਇਸ ਕਰਕੇ ਅਸੀਂ ਇਸ ਆਈਡੀਆ ਤੇ ਆਏ ਆ ਵੀ ਜੇ ਅਸੀਂ ਆਪਦਾ ਰਿਟੇਲ ਆਊਟਲੈਟ ਖੋਲਾਂਗੇ ਜਾਂ ਆਪਦੇ ਸਮਾਨ ਦੀ ਪ੍ਰੋਸੈਸਿੰਗ ਕਰਾਂਗੇ ਤਾਂ ਅਸੀਂ ਜਿਹੜੀ ਵਧੀ ਹੋਈ ਮਹਿੰਗਾਈ ਦੇ ਨੂੰ ਐਡ ਕਰਕੇ, ਵਧੀ ਹੋਈ ਲੇਬਰ ਦੇ ਖਰਚੇ ਨੂੰ ਐਡ ਕਰਕੇ ਇਹਦਾ ਅਸੀਂ ਆਪ ਰੇਟ ਬਣਾ ਕੇ ਅੱਗੇ ਸੇਲ ਕਰ ਸਕਦੇ। भोजन, जल और शुद्ध वातावरण हमारे जीवन का मुख्य आधार है और कृषि इसका मूल स्तंभ। पिछले 60 वर्षों में विज्ञान आधारित कृषि का व्यापक प्रसार हुआ है। साथ ही कृत्रिम संसाधनों के बढ़ते प्रयोग से कृषि की सतत क्षमता पर चिंताएं बढ़ी हैं। प्रधानमंत्री श्री नरेंद्र मोदी जी के दूरदर्शी नेतृत्व के अंतर्गत रसायन मुक्त जैविक खेती एक महत्वपूर्ण प्रयास है। रसायन मुक्त जैविक खेती को बढ़ावा देने के लिए 5 वर्ष पूर्व सरकार ने परंपरागत कृषि विकास योजना तथा उत्तर पूर्व भारत में जैविक मूल्य श्रृंखला योजनाएं आरंभ की। ऑर्गेनिक फार्मिंग को देश भर में बढ़ावा देने के लिए सरकार अनेक प्रयास कर रही है। इसके लिए परंपरागत कृषि विकास योजना के तहत काम किया जा रहा है। न सिर्फ ऑर्गेनिक फार्मिंग को बल दिया जा रहा है, बल्कि उसके लिए वैल्यू एडिशन और मार्केट की व्यवस्था भी की जा रही है। भारत सरकार एवं किसानों के सम्मिलित प्रयासों से आज देश के लगभग 36 लाख किसान 38 लाख हेक्टेयर क्षेत्र में जैविक खेती कर रहे हैं। इसके अतिरिक्त हमारे देश के अनेक ऐसे क्षेत्र हैं जहां आज भी पारंपरिक जैविक खेती हो रही है। इन पारंपरिक जैविक क्षेत्रों को जैविक प्रमाणीकरण सुलभ कराने हेतु पीजीएस के अंतर्गत लार्ज एरिया सर्टिफिकेट का प्रावधान किया गया है। इस प्रक्रिया की विशिष्टता ये है कि इसमें प्रमाणीकरण मात्र 2 से 3 महीनों में हो जाता है, जबकि सामान्य परिस्थितियों में इसमें 2 से 3 वर्ष का समय लगता है। अंडमान निकोबार केंद्र शासित प्रदेश के कार निकोबार एवं नैन काउरी द्वीप समूह देश के सर्वप्रथम ऐसे प्रमाणीकृत जैविक क्षेत्र हैं। अभी हाल ही में संपूर्ण लक्षद्वीप को जैविक खेती के रूप में प्रमाणित किया गया है। वर्ष 2016 में सिक्किम राज्य पूर्ण जैविक कृषि राज्य के रूप में प्रमाणित हो चुका है। सुदूर उत्तर में हिमालय श्रृंखला के बीच स्थित लद्दाख ने भी पूर्ण जैविक के लक्ष्य की ओर बढ़ना शुरू कर दिया है। जैविक उत्पादों को बाजार सुलभ कराने तथा किसानों की उपभोक्ताओं तक पहुंच बनाने के लिए एक समर्पित जैविक खेती पोर्टल भी बनाया गया है। जैविक खेती पोर्टल के
जानकारी मंच और विपणन मंच के माध्यम से किसानों को उच्च गुणवत्ता उत्पादन तथा बाजार उपलब्ध कराया जा रहा है। आशा है देश के सभी राज्य अपने जैविक क्षेत्रों का विस्तार करेंगे और देश में जैविक कृषि क्रांति को मजबूत करने में योगदान देंगे। जैविक उत्पादों की देश और विदेशों में बढ़ती मांग तथा जैविक उत्पादों का बढ़ता बाजार, किसानों की उपभोक्ताओं तक पहुंच तथा जैविक एफपीओ द्वारा जैविक कृषि व्यापार में भागीदारी हमारे किसानों को अपनी आय बढ़ाने का अवसर दे रहा है। पिछले 5 वर्षों में जैविक कृषि उत्पादों का निर्यात दोगुने से अधिक बढ़कर 7,000 करोड़ रुपए से अधिक का हो गया है और इसमें प्रतिवर्ष 20% से अधिक की वृद्धि हो रही है। उम्मीद है पारंपरिक क्षेत्र के किसान भी इस बढ़ते बाजार से लाभान्वित होंगे और जैविक कृषि आंदोलन को आगे बढ़ाएंगे। किसानों की मुस्कान समृद्ध हिंदुस्तान की है पहचान।